ਹੈਲੋ ਸਟੂਡੈਂਟਸ। तो ਅੱਜ ਅਸੀਂ ਕਰਾਂਗੇ ਮੇਜਰਮੈਂਟਸ ਐਂਡ ਐਕਸਪੈਰੀਮੈਂਟੇਸ਼ਨ ਫਿਜ਼ਿਕਸ 9th ਦਾ ਪਹਿਲਾ ਚੈਪਟਰ ਆਈਸੀਐਸਈ ਬੋਰਡ। तो फस्ट शुरू करते हैं। फस्ट टॉपिक इज़ द नीड ऑफ यूनिट फॉर मेजरमेंट। ਸਾਨੂੰ ਕੋਈ ਵੀ ਮੇਜਰਮੈਂਟ ਕਰਨ ਲਈ ਯੂਨਿਟ ਦੀ ਲੋੜ ਕਿਉਂ ਪੈਂਦੀ ਹੈ, ਪਹਿਲੇ ਇਹ ਕਰਾਂਗੇ। ਫਿਜ਼ਿਕਸ ਲਾਈਕ ਅਦਰ ਬ੍ਰਾਂਚਿਸ ਆਫ ਸਾਇੰਸ ਰਿਕੁਆਇਰ ਐਕਸਪੈਰੀਮੈਂਟਲ ਸਟੱਡੀਜ਼ ਵਿਚ ਇਨਵੋਲਵ ਮੇਜਰਮੈਂਟਸ। ਸਾਨੂੰ ਫਿਜ਼ਿਕਸ ਦੇ ਵਿੱਚ ਮੇਜਰਮੈਂਟਸ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਫॉर द ਮੇਜਰਮੈਂਟ ਆਫ ਫਿਜ਼ੀਕਲ ਕੁਆਂਟਿਟੀ ਵੀ ਕੰਸੀਡਰ ਏ ਕੌਂਸਟੈਂਟ ਕੁਆਂਟਿਟੀ। ਸਾਨੂੰ ਇੱਕ ਇੱਦਾਂ ਦੀ ਕੌਂਸਟੈਂਟ ਕੁਆਂਟਿਟੀ ਦੀ ਲੋੜ ਹੁੰਦੀ ਹੈ ਫਿਜ਼ੀਕਲ ਕੁਆਂਟਿਟੀ ਨੂੰ ਮੇਜਰ ਕਰਨ ਲਈ, ਆਫ ਸੇਮ ਨੇਚਰ ਐਜ਼ ਏ ਸਟੈਂਡਰਡ, ਜਿੱਦਾਂ ਦਾ ਉਹਦਾ ਸਟੈਂਡਰਡ ਸੇਮ ਨੇਚਰ ਦੀ ਹੋਵੇ। ਵੀ ਜਿਵੇਂ ਅਸੀਂ ਲੈਂਥ ਮੇਜਰ ਕਰਨੀ ਆ, ਲੈਂਥ ਦੀ ਇੱਕ ਕੌਂਸਟੈਂਟ ਕੁਆਂਟਿਟੀ ਅਸੀਂ ਮੀਟਰ ਲੈ ਲਈ। ਅਸੀਂ ਮਾਸ ਮੇਜਰ ਕਰਨਾ ਵਾ, ਮਾਸ ਦੀ ਇੱਕ ਕੌਂਸਟੈਂਟ ਕੁਆਂਟਿਟੀ ਅਸੀਂ ਕਿਲੋਗ੍ਰਾਮ ਲੈ ਲਈ। ਟਾਈਮ ਮੇਜਰ ਕਰਨਾ, ਟਾਈਮ ਦੀ ਕੌਂਸਟੈਂਟ ਕੁਆਂਟਿਟੀ ਸੈਕਿੰਡ ਲੈ ਲਈ। ਐਂਡ ਦੈਨ ਵੀ ਕੰਪੇਅਰ ਦ ਗਿਵਨ ਕੁਆਂਟਿਟੀ ਵਿਦ ਦੀ ਸਟੈਂਡਰਡ ਕੁਆਂਟਿਟੀ। ਆਪਾਂ ਉਹ ਸਟੈਂਡਰਡ ਕੁਆਂਟਿਟੀ ਨਾਲ, ਜਿਹੜੀ ਕੌਂਸਟੈਂਟ ਕੁਆਂਟਿਟੀ ਆਫ ਸੇਮ ਨੇਚਰ ਐਜ਼ ਸਟੈਂਡਰਡ ਲਈ ਹੋਈ ਹੈ, ਉਹ ਸਟੈਂਡਰਡ ਕੁਆਂਟਿਟੀ ਨਾਲ ਸਾਡੀ ਗਿਵਨ ਕੁਆਂਟਿਟੀ ਨੂੰ, ਫਿਜ਼ੀਕਲ ਕੁਆਂਟਿਟੀ ਨੂੰ ਮੇਜਰ ਕਰਦੇ ਹਾਂ। ਫਿਰ ਵੀ ਫਾਈਂਡ ਦਾ ਨੰਬਰ ਵਿਚ ਐਕਸਪ੍ਰੈਸਿਸ ਹਾਊ ਮੈਨੀ ਟਾਈਮਸ ਦਾ ਸਟੈਂਡਰਡ ਕੁਆਂਟਿਟੀ ਇਜ਼ ਕੰਟੇਨਡ ਇਨ ਦੀ ਗਿਵਨ ਫਿਜ਼ੀਕਲ ਕੁਆਂਟਿਟੀ। ਜਿੱਦਾਂ ਮੰਨ ਲਓ ਆਪਾਂ ਕਿਸੇ ਚੀਜ਼ ਦੀ ਲੈਂਥ ਮੇਜਰ ਕਰਨੀ ਸੀ, ਅਸੀਂ ਉਹ ਮੀਟਰ ਦੇ ਦੇਖਦੇ ਵੀ ਕਿੰਨੇ ਮੀਟਰ ਵਿੱਚ ਆ ਗਏ, 5 ਮੀਟਰ ਵਿੱਚ ਆ ਗਏ ਮੰਨ ਲਓ, ਅਤੇ ਉਸ ਚੀਜ਼ ਦੀ ਲੈਂਥ ਕਿੰਨੀ ਹੋ ਜਾਂਦੀ ਆ, 5 ਮੀਟਰ। ਮੀਟਰ ਕੀ ਆ, ਯੂਨਿਟ ਆ, ਅਤੇ 5 ਕੀ ਉਹਦੀ ਨਮੈਰੀਕਲ ਵੈਲਿਊ। Then measurement is the process of comparison of given physical quantity with the known standard quantity of the same nature। ਜਿਹੜੀ ਇਹ known standard quantity ਹੈ ਨਾ, ਉਹਨੂੰ ਹੀ ਯੂਨਿਟ ਕਹਿੰਦੇ ਆ। then standard quantity used to measure and express the given physical quantity is called the unit। for quantities of different nature we require different units। ਜਿੱਦਾਂ different nature ਦੀਆਂ quantities ਦਾ ਮਾਸ, ਲੈਂਥ, ਟਾਈਮ, ਇਹਦਾ ਮਤਲਬ ਸਾਨੂੰ ਕੁਆਂਟਿਟੀ ਯੂਨਿਟਸ ਵੀ ਡਿਫਰੈਂਟ ਚਾਹੀਦੀਆਂ ਵਾ। ਯੂਨਿਟ ਇਜ਼ ਦਾ ਕੁਆਂਟਿਟੀ ਆਫ constant magnitude which is used to measure the magnitudes of other quantities of the same nature। ਉਸੇ ਹੀ ਨੇਚਰ ਦੀਆਂ ਹੋਰ ਕੁਆਂਟੀਟੀਆਂ ਨੂੰ ਮੇਜਰ ਕਰਨ ਦੇ ਲਈ ਜਿਹੜੀ ਕੌਂਸਟੈਂਟ ਮੈਗਨੀਟਿਊਡ ਦੀ ਇੱਕ ਕੁਆਂਟਿਟੀ ਅਸੀਂ ਲਈ ਆ, ਕੌਂਸਟੈਂਟ ਮੈਗਨੀਟਿਊਡ ਦੀ, ਉਹਨੂੰ ਅਸੀਂ ਕੀ ਬੋਲਦੇ ਹਾਂ, ਯੂਨਿਟ ਬੋਲਦੇ ਹਾਂ। ਜਿਵੇਂ ਮੀਟਰ, ਕਿਲੋਗ੍ਰਾਮ, ਸੈਕਿੰਡ, ਇਹ ਸਾਰੇ ਕੀ ਹੈ, ਯੂਨਿਟਸ ਆ। ਦ ਰਿਜ਼ਲਟ ਆਫ ਮੇਜਰਮੈਂਟ ਆਫ ਗਿਵਨ ਫਿਜ਼ੀਕਲ ਕੁਆਂਟਿਟੀ ਇਜ਼ ਐਕਸਪ੍ਰੈਸਡ ਇਨ ਟਰਮਸ ਆਫ ਫੋਲੋਇੰਗ ਟੂ ਪੈਰਾਮੀਟਰਸ। ਕਿਸੇ ਵੀ ਕੁਆਂਟਿਟੀ ਨੂੰ ਜਦੋਂ ਅਸੀਂ ਮੇਜਰ ਕਰਦੇ ਨਾ, ਉਹਦਾ ਜਿਹੜਾ ਰਿਜ਼ਲਟ ਹੁੰਦਾ ਵਾ, ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਵਾ। ਦ ਯੂਨਿਟ ਇਨ ਵਿਚ ਦਾ ਕੁਆਂਟਿਟੀ ਇਜ਼ ਬੀਂਗ ਮੇਜਰਡ, ਜਿਹੜੀ ਯੂਨਿਟ 'ਚ ਅਸੀਂ ਉਹਨੂੰ ਮੇਜਰ ਕਰਦੇ ਪਏ ਹਾਂ, ਉਹ ਸੈਕਿੰਡ ਨਮੈਰੀਕਲ ਵੈਲਿਊ ਹੁੰਦੀ ਆ ਦੂਜੀ ਉਹਦੇ ਵਿੱਚ, ਵਿਚ ਐਕਸਪ੍ਰੈਸ ਹਾਊ ਮੈਨੀ ਟਾਈਮਸ ਅਬਵ ਸਿਲੈਕਟਡ ਯੂਨਿਟ ਇਜ਼ ਕੰਟੇਨਡ ਇਨ ਦੀ ਫਿਜ਼ੀਕਲ ਕੁਆਂਟਿਟੀ, ਵੀ ਕਿੰਨੀਆਂ ਹੈਗੀਆਂ ਉਹਦੇ ਵਿੱਚ ਉਹ ਯੂਨਿਟਸ। ਸੋ ਕੋਈ ਵੀ ਫਿਜ਼ੀਕਲ ਕੁਆਂਟਿਟੀ ਦਾ ਜਿਹੜਾ ਮੈਗਨੀਟਿਊਡ ਆ, ਉਹ ਕਿਵੇਂ ਲਿਖਾਂਗੇ ਅਸੀਂ, ਨਮੈਰੀਕਲ ਵੈਲਿਊ ਗੁਣਾ ਯੂਨਿਟ। ਐਗਜ਼ਾਮਪਲ, ਇਫ ਦਾ ਲੈਂਥ ਆਫ ਪੀਸ ਆਫ ਕਲੋਥ is 10 meter, it means that the length is measured in unit meter। unit ਜਿਹੜੀ ਵਰਤੀ ਗਈ ਉਹ ਮੀਟਰ ਹੈ, and this unit is contained 10 times in the length of given piece of cloth। ਇਹ 10 ਵਾਰੀ ਆਈ ਹੈ ਇਸ piece of cloth ਦੀ ਲੈਂਥ ਦੇ ਵਿੱਚ। if the mass of the given quantity of sugar is 5 kg, it means that the mass is measured in unit kilogram। ਕਿਲੋਗ੍ਰਾਮ 'ਚ ਮੇਜਰ ਕੀਤਾ ਗਿਆ ਮਾਸ, and this unit is contained 5 times in the given quantity of sugar। ਚੋਇਸ ਆਫ ਯੂਨਿਟ, ਹੁਣ ਅਸੀਂ ਜਿਹੜੀ ਯੂਨਿਟ ਚੁਣਨੀ ਹੁੰਦੀ, ਜਿਹੜੀ ਯੂਨਿਟ ਬਣਾਉਣੀ ਹੁੰਦੀ, ਉਹਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਉਹ ਅਸੀਂ ਪੜ੍ਹਾਂਗੇ। ਸੈਂਸ ਏ ਯੂਨਿਟ ਇਜ਼ ਟੂ ਬੀ ਯੂਜ਼ਡ ਯੂਨੀਵਰਸਲੀ, ਸੋ ਇਟ ਸ਼ੁੱਡ ਹੈਵ ਵੈਲੀਡਿਟੀ ਐਵਰੀਵੇਅਰ ਐਟ ਆਲ ਟਾਈਮਸ। ਇਹਦਾ ਮਤਲਬ ਸਾਰੇ ਕਿਤੇ ਵੈਲੀਡੇਟ ਹੋਣੀ ਚਾਹੀਦੀ ਆ, ਐਵਰੀਵੇਅਰ ਹੋਣੀ ਚਾਹੀਦੀ, ਸਾਰੇ ਸਮਿਆਂ 'ਤੇ। ਹੈਂਸ ਟੂ ਮੇਜਰ ਏ ਫਿਜ਼ੀਕਲ ਕੁਆਂਟਿਟੀ ਦ ਯੂਨਿਟ ਚੂਜ਼ਨ ਸ਼ੁੱਡ ਹੈਵ ਦ ਫੋਲੋਇੰਗ ਪ੍ਰੋਪਰਟੀਜ਼। ਦ ਯੂਨਿਟ ਸ਼ੁੱਡ ਬੀ ਆਫ ਕਨਵੀਨੀਅੰਟ ਸਾਈਜ਼। ਉਹਦਾ ਜਿਹੜਾ ਸਾਈਜ਼ ਆ ਉਹ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ। ਵੀ ਅਸੀਂ ਜਿਹੜੀ ਯੂਨਿਟ ਬਣਾਉਣੀ ਆ ਮੀਟਰ, ਉਹ ਆਪਾਂ ਜਿਹੜੀ ਯੂਨਿਟ ਚੁਣਨੀ ਆ, ਉਹਦਾ ਸਾਈਜ਼ ਇੱਕ ਕਨਵੀਨੀਅੰਟ ਹੋਣਾ ਚਾਹੀਦਾ। ਇਟ ਸ਼ੁੱਡ ਬੀ ਪੋਸੀਬਲ ਟੂ ਡਿਫਾਈਨ ਦਾ ਯੂਨਿਟ ਵਿਦਾਊਟ ਐਂਬੀਗਿਊਟੀ। ਯੂਨਿਟ ਨੂੰ ਡਿਫਾਈਨ ਕਰਨਾ ਸੌਖਾ ਹੋਣਾ ਚਾਹੀਦਾ ਵਾ, ਯੂਨਿਟ ਨੂੰ ਡਿਫਾਈਨ ਕਰਨਾ ਈਜ਼ੀ ਹੋਣਾ ਚਾਹੀਦਾ ਵਾ। ਦ ਯੂਨਿਟ ਸ਼ੁੱਡ ਬੀ ਰੀਪਰੋਡਿਊਸੇਬਲ, ਈਜ਼ੀਲੀ ਦੁਬਾਰਾ ਪੈਦਾ ਹੋ ਸਕੇ। ਜੇ ਆਪਾਂ 1 ਮੀਟਰ ਦਾ ਇੱਕ ਸਕੇਲ ਬਣਾਇਆ, ਉਹ ਮੰਨ ਲਓ ਸਕੇਲ ਖੋ ਗਿਆ, ਉਹਦੇ ਨਾਲ ਦਾ ਸਕੇਲ ਈਜ਼ੀਲੀ ਰੀਪਰੋਡਿਊਸ ਹੋ ਸਕੇ। ਦ ਵੈਲਿਊ ਆਫ ਯੂਨਿਟ ਸ਼ੁੱਡ ਨੋਟ ਚੇਂਜ ਵਿਦ ਸਪੇਸ ਐਂਡ ਟਾਈਮ। ਜਗ੍ਹਾ ਅਤੇ ਟਾਈਮ ਦੇ ਨਾਲ ਉਸ ਯੂਨਿਟ ਦੀ ਜਿਹੜੀ ਵੈਲਿਊ ਉਹ ਨਹੀਂ ਬਦਲਣੀ ਚਾਹੀਦੀ। ਇਟ ਮਸਟ ਆਲਵੇਜ਼ ਰਿਮੇਨ ਸੇਮ ਐਵਰੀਵੇਅਰ। ਦੈਨ ਨੈਕਸਟ, last 3 conditions 1 2 3 second, third and fourth are essential for a unit to be accepted internationally accept ਹੋਣ ਲਈ ਲਾਸਟ ਵਾਲੀਆਂ 4 ਚੀਜ਼ਾਂ ਜਿਹੜੀਆਂ 3 ਚੀਜ਼ਾਂ ਵਾ, ਲਾਈਨਾਂ ਜਿਹੜੀਆਂ ਪਿੱਛੇ ਅਸੀਂ ਬੋਲੀਆਂ, ਜ਼ਰੂਰੀ ਆ। ਇਸ ਕਰਕੇ ਉਹ ਤਿੰਨਾਂ ਪੁਆਇੰਟਾਂ ਨੂੰ ਦੁਬਾਰਾ ਪੜ੍ਹੋ ਇੱਕ ਵਾਰੀ। ਕਾਈਂਡਸ ਆਫ ਯੂਨਿਟਸ, ਹੁਣ ਯੂਨਿਟ ਹੁੰਦੇ ਕਿੰਨੇ ਤਰ੍ਹਾਂ ਦੇ, 2 ਤਰ੍ਹਾਂ ਦੇ ਹੁੰਦੇ, ਫੰਡਾਮੈਂਟਲ ਐਂਡ ਡਰਾਈਵਡ ਯੂਨਿਟਸ। ਫੰਡਾਮੈਂਟਲ ਯੂਨਿਟ ਜਾਂ ਬੇਸਿਕ ਯੂਨਿਟ ਕਿਹਨੂੰ ਕਿਹਾ ਜਾਂਦਾ, ਉਹ ਯੂਨਿਟਸ ਇਜ਼ ਦੈਟ ਵਿਚ ਇਜ਼ ਇੰਡੀਪੈਂਡੈਂਟ ਆਫ ਐਨੀ ਅਦਰ ਯੂਨਿਟ, ਜਿਹੜੇ
ਇੱਕ ਦੂਜੇ ਤੋਂ ਵੀ ਤੇ ਬਾਕੀਆਂ ਤੋਂ ਵੀ ਇੰਡੀਪੈਂਡੈਂਟ ਹੋਣ, ਕਿਸੇ ਤੇ ਡਿਪੈਂਡ ਨਾ ਕਰਦੇ ਹੋਣ, ਵਿਚ ਕੈਨ ਨਾਈਦਰ ਬੀ ਚੇਂਜਡ ਨੋਰ ਕੈਨ ਬੀ ਰਿਲੇਟਡ ਟੂ ਐਨੀ ਅਦਰ ਫੰਡਾਮੈਂਟਲ ਯੂਨਿਟ। ਨਾ ਇਹਨਾਂ ਨੂੰ ਅਸੀਂ ਚੇਂਜ ਕਰ ਸਕੀਏ ਤੇ ਨਾ ਇਹ ਕਿਸੇ ਹੋਰ ਫੰਡਾਮੈਂਟਲ ਯੂਨਿਟ ਨਾਲ ਰਿਲੇਟਡ ਹੋਣ, ਕਿਸੇ ਫੰਡਾਮੈਂਟਲ ਯੂਨਿਟ ਨਾਲ ਰਿਲੇਟਡ ਨਾ ਹੋਣ, ਇੰਡੀਪੈਂਡੈਂਟ ਹੋਣ, ਕਿਸੇ ਚੀਜ਼ ਤੇ ਡਿਪੈਂਡ ਨਾ ਕਰਦੇ ਹੋਣ। ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਫੰਡਾਮੈਂਟਲ ਔਰ ਬੇਸਿਕ ਯੂਨਿਟਸ। ਐਗਜ਼ਾਮਪਲ ਮਾਸ, ਲੈਂਥ, ਟਾਈਮ। ਮਾਸ, ਲੈਂਥ, ਟਾਈਮ ਆਪਸ 'ਚ ਤਾਂ ਰਿਲੇਟਡ ਹੈ ਹੀ ਨਹੀਂਗੇ, ਇਸ ਕਰਕੇ ਇਹ ਕੀ ਆ? ਫੰਡਾਮੈਂਟਲ ਯੂਨਿਟਸ ਆ। ਟੈਂਪਰੇਚਰ, ਕਰੰਟ, ਅਮਾਊਂਟ ਆਫ ਸਬਸਟੈਂਸ, ਲਿਊਮੀਨਸ ਇੰਟੈਂਸਿਟੀ, ਇਹ ਸਾਰੇ ਕੀ ਆ? 7 ਜਿਹੜੇ ਆਪਾਂ ਫੰਡਾਮੈਂਟਲ ਯੂਨਿਟਸ ਮੰਨਦੇ ਹਾਂ। ਇੰਡੀਪੈਂਡੈਂਟ ਆਫ ਈਚ ਅਦਰ ਐਜ਼ ਦੇ ਆਰ ਆਫ ਡਿਫਰੈਂਟ ਨੇਚਰ, ਦੇ ਕੈਨੋਟ ਬੀ ਓਬਟੇਨਡ ਫਰੋਮ ਦੀ ਯੂਨਿਟ ਆਫ ਐਨੀ ਅਦਰ ਕੁਆਂਟਿਟੀ। ਇਹਨਾਂ ਨੂੰ ਅਸੀਂ ਕਿਸੇ ਹੋਰ ਕੁਆਂਟੀਟੀਆਂ ਨੂੰ ਯੂਜ਼ ਕਰਕੇ ਨਹੀਂ ਓਬਟੇਨ ਕਰ ਸਕਦੇ, ਇਸ ਕਰਕੇ ਇਹਨਾਂ ਨੂੰ ਕੀ ਬੋਲਦੇ ਆ? ਬੇਸਿਕ ਔਰ ਫੰਡਾਮੈਂਟਲ ਯੂਨਿਟਸ। ਡਰਾਈਵਡ ਯੂਨਿਟਸ, ਡਰਾਈਵਡ ਵਰਡ ਤੋਂ ਹੀ ਕਲੀਅਰ ਹੁੰਦਾ, ਡਰਾਈਵ, ਜਿਨ੍ਹਾਂ ਨੂੰ ਕਿਸੇ ਹੋਰ ਯੂਨਿਟ ਤੋਂ ਡਰਾਈਵ ਕੀਤਾ ਜਾਵੇ, ਜਿਨ੍ਹਾਂ ਨੂੰ ਫੰਡਾਮੈਂਟਲ ਤੋਂ ਡਰਾਈਵ ਕੀਤਾ ਜਾਵੇ। ਦ ਯੂਨਿਟਸ ਆਫ ਕੁਆਂਟੀਟੀਜ਼ ਅਦਰ ਦੈਨ ਦੋਜ਼ ਮੇਜਰਡ ਇਨ ਫੰਡਾਮੈਂਟਲ ਯੂਨਿਟਸ ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ ਦੀ ਫੰਡਾਮੈਂਟਲ ਯੂਨਿਟਸ। ਜਿਹੜੀਆਂ ਉਹ ਕੁਆਂਟੀਟੀਜ਼ ਜਿਹੜੀਆਂ ਦੋਜ਼ ਅਦਰ ਦੈਨ ਦੋਜ਼ ਮੇਜਰਡ ਇਨ ਫੰਡਾਮੈਂਟਲ ਯੂਨਿਟਸ, ਜਿਨ੍ਹਾਂ ਨੂੰ ਫੰਡਾਮੈਂਟਲ ਯੂਨਿਟ 'ਚ ਨਾਪ ਲਿਆ ਸੀ, ਉਹਨਾਂ ਤੋਂ ਇਲਾਵਾ ਵਾਲੀਆਂ, ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ ਫੰਡਾਮੈਂਟਲ ਯੂਨਿਟਸ। ਉਹ ਸਾਰੀਆਂ ਕੁਆਂਟੀਟੀਜ਼ ਜਿਹੜੀਆਂ ਫੰਡਾਮੈਂਟਲ ਯੂਨਿਟ ਦੇ ਨਾਲੋਂ ਅਲੱਗ ਵਾ, ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਹਿਸਾਬ ਨਾਲ ਲਿਖ ਸਕਦੇ ਹਾਂ, ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ ਫੰਡਾਮੈਂਟਲ ਯੂਨਿਟਸ ਆਰ ਕੋਲਡ ਐਜ਼ ਡਰਾਈਵਡ ਯੂਨਿਟਸ। ਜਿੱਦਾਂ ਮੰਨ ਲਓ ਹੁਣ ਏਰੀਆ ਵਾ ਕਿਸੇ ਚੀਜ਼ ਦਾ, ਉਹਦੇ ਏਰੀਆ ਨੂੰ ਲਿਖਣ ਲਈ ਸਾਨੂੰ ਕੀ ਚਾਹੀਦੀ ਹੁੰਦੀ? ਲੈਂਥ ਇਨਟੂ ਬ੍ਰੈਡਥ। ਇਹਦਾ ਮਤਲਬ ਇਹਦੇ ਵਿੱਚ ਲੈਂਥ ਵਾਲਾ ਪੈਰਾਮੀਟਰ, डिस्टेंस कड्ढण वाला पैरामीटर 2 बारी आ गया। एरिया इज़ द लेंथ का स्क्वायर हो गया, 2 लेंथस नापनियां पईयां ना, 1 एंड 2 लेंथ का स्क्वायर। वॉल्यूम इज़ द लेंथ का क्यूब। वेलोसिटी किसी चीज़ की या स्पीड किसी चीज़ की किहदे कोल हुंदी? डिस्टेंस अपॉन टाइम मीनस लेंथ अपॉन टाइम। इहदा मतलब है जिहड़ियां सारियां वा वेलोसिटी, स्पीड, फोर्स, एरिया, वॉल्यूम, डेंसिटी, ये सारियां की ड्राइव्ड यूनिट्स होणगियां। इन्हां दियां ये सारियां की ड्राइव्ड क्वांटिटीज़ आ। इन्हां दियां जो भी यूनिट्स होणगियां ਉਹ ਕੀ ਹੋਣਗੀਆਂ? ड्राइव्ड यूनिट्स। इन्हां दे विच असीं फंडामेंटल यूनिट्स ਨੂੰ यूज़ करके इन्हां ਨੂੰ एक्सप्रैस करांगे। इन्हां ਨੂੰ ਕੀ बोलते हैं असीं? ड्राइव्ड यूनिट्स। ਜਿਹੜੀਆਂ फंडामेंटल क्वांटिटीज़, ਉਹ क्वांटिटीज़ ਜਿਨ੍ਹਾਂ ਨੂੰ ਅਸੀਂ फंडामेंटल यूनिट्स ਸਿੱਧਿਆਂ ਨਹੀਂ ਮੇਜਰ ਕਰ ਸਕਦੇ, ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹਾਂ। ਉਹਨਾਂ ਨੂੰ ਕੀ ਬੋਲਦੇ ਹਾਂ ਅਸੀਂ? ਡਰਾਈਵਡ ਯੂਨਿਟਸ, ਜਿਹੜੀਆਂ फंडामेंटल यूनिट्स ਤੋਂ ਹੀ ਬਣਦੀਆਂ। ਡਰਾਈਵਡ ਯੂਨਿਟਸ ਆਰ ਦੋਜ਼ ਵਿਚ ਡਿਪੈਂਡ ਔਨ ਦੀ फंडामेंटल यूनिट्स ਔਰ ਵਿਚ ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ फंडामेंटल यूनिट्स ਵਿਚ ਆਰ ਡਰਾਈਵਡ ਫਰੋਮ फंडामेंटल यूनिट्स। ਇੱਦਾਂ ਵੀ ਆਪਾਂ ਲਿਖ ਸਕਦੇ ਹਾਂ, ਵਿਚ ਆਰ ਡਰਾਈਵਡ ਫਰੋਮ फंडामेंटल यूनिट्स। एग्जाम्पल इन्होंने पहली उही एरिए वाली दी हुई है, लेंथ ब्रैथ दी हो तो एरिए में लेंथ का स्क्वायर मीनस लेंथ इंटू ब्रैथ लिख सकते हैं। वॉल्यूम में असी लेंथ का क्यूब, लेंथ गुना ब्रैथ गुना हाइट लिख सकते हैं। द यूनिट ऑफ स्पीड ऑफ मूविंग बॉडी उही अपने वाली एग्जाम्पल होगी, डिस्टेंस अपॉन टाइम, लेंथ बटा टाइम इनू लिख सकते हैं। ये सारियां लेंथ, टाइम, मास एक ही आ फंडामेंटल यूनिट्स ही आ, 7 होंदियां टोटल। द यूनिट्स यूज टू मेजर एरिया, वॉल्यूम, स्पीड आर ड्राइव्ड यूनिट्स। जिन्हों ने एरिए ਨੂੰ मेजर करना, वॉल्यूम ਨੂੰ मेजर करना, स्पीड ਨੂੰ मेजर करना, वो की है? सारियां ड्राइव्ड यूनिट्स। एरिए की ड्राइव्ड यूनिट की बन जूगी? मीटर का स्क्वायर। वॉल्यूम की बन जूगी? मीटर का क्यूब। एंड स्पीड की बन जूगी? मीटर पर सैकेंड। मोर एग्जाम्पल्स ऑफ ड्राइव्ड यूनिट आर गिवन इन टेबल च गां जाके दित्तियां होणगियां। सिस्टम ऑफ यूनिट्स, हुण असीं पढ़ांगे सिस्टम ऑफ यूनिट, भी किहड़े-किहड़े सिस्टम यूज़ हुंदे आ यूनिट दे इन्हां नूं मेजर करन लई। इन मकैनिक्स लेंथ, मास, टाइम आर 3 फंडामेंटल क्वांटिटीज़। मकैनिक्स च असीं बेसिकली 3 ही लैंदे आ, वैसे उहदा 7 हुंदियां, मास, लेंथ, टाइम ही लैंदे। फॉर द यूनिट्स ऑफ दीज 3 बेसिक क्वांटिटीज़ फॉलोइंग सिस्टम्स हैव बीन यूज्ड। 3 सिस्टम है, ध्यान नाल देखने तुसीं। CGS सिस्टम सब तो पहला वा CGS, ये फ्रेंच सिस्टम आ। ਇਹਦੇ ਵਿੱਚ C ਦਾ ਮਤਲਬ ਹੈਗਾ ਸੈਂਟੀਮੀਟਰ, G ਦਾ ਮਤਲਬ ਹੈਗਾ ਗ੍ਰਾਮ ਤੇ S ਦਾ ਮਤਲਬ ਸੈਕਿੰਡ। ਸੈਂਟੀਮੀਟਰ, ਗ੍ਰਾਮ ਤੇ ਸੈਕਿੰਡ। FPS ਸਿਸਟਮ, F ਦਾ ਮਤਲਬ ਫੁੱਟ, P ਦਾ ਮਤਲਬ ਪਾਉਂਡ, S ਦਾ ਮਤਲਬ ਸੈਕਿੰਡ। ਫੁੱਟ, ਪਾਉਂਡ, ਸੈਕਿੰਡ। ਇਹ ਬ੍ਰਿਟਿਸ਼ ਸਿਸਟਮ ਆ। MKS ਸਿਸਟਮ ਮੈਟ੍ਰਿਕ ਸਿਸਟਮ ਆ। ਇਹਦੇ ਵਿੱਚ M ਦਾ ਮਤਲਬ ਮੀਟਰ, K ਦਾ ਮਤਲਬ ਕਿਲੋਗ੍ਰਾਮ ਐਂਡ S ਦਾ ਮਤਲਬ ਸੈਕਿੰਡ। ਮੀਟਰ, ਕਿਲੋਗ੍ਰਾਮ, ਸੈਕਿੰਡ। ਦ ਅਬਵ ਮੈਂਸ਼ਨਡ ਸਿਸਟਮਸ ਆਰ ਨਾਓ no longer in use and are only of historical importance, and we use an SI system ਆਪਾਂ यूज़ करते हैं of units which is modified version of the metric system। ਇਹ ਜਿਹੜਾ enlarged ਤੇ modified version ਆ metric system ਦਾ ਹੀ, ਆਹ ਵਾਲੇ MKS system ਦਾ ਇਹ ਮਤਲਬ ਵਰਜ਼ਨ ਆ, ਲਗਭਗ ਇਹਨਾਂ ਨਾਲ ਹੀ ਮਿਲਦਾ ਵਾ। ਇਹ ਇੰਟਰਨੈਸ਼ਨਲ ਸਿਸਟਮ ਹੈ ਇੱਕ ਹਿਸਾਬ ਦਾ, ਇੰਟਰਨੈਸ਼ਨਲ ਸਿਸਟਮ ਨੂੰ ਹੀ SI ਸਿਸਟਮ ਬੋਲਦੇ ਆ। SI ਸਿਸਟਮ ਦੇ ਵਿੱਚ 3 ਕੁਆਂਟੀਟੀਆਂ ਨਹੀਂ ਆ, ਮਾਸ, ਲੈਂਥ, ਟਾਈਮ ਨਹੀਂਗਾ ਕੱਲਾ, ਉਹਦੇ ਵਿੱਚ ਹੋਰ ਵੀ ਕੁਆਂਟੀਟੀਆਂ ਹੈਗੀਆਂ। ਟੈਂਪਰੇਚਰ, ਲਿਊਮੀਨਸ ਇੰਟੈਂਸਿਟੀ, ਕਰੰਟ, ਅਮਾਊਂਟ ਆਫ ਸਬਸਟੈਂਸ। ਕਰੰਟ ਯੂਨਿਟ ਆਫ ਟੈਂਪਰੇਚਰ ਤੇ ਲਿਊਮੀਨਸ ਇੰਟੈਂਸਿਟੀ ਤੇ ਅਮਾਊਂਟ ਆਫ ਸਬਸਟੈਂਸ, ਇਹ 4
ਯੂਨਿਟ ਹੋਰ ਵਿੱਚ ਐਡ ਹੁੰਦੀਆਂ ਤੇ ਕੰਪਲੀਮੈਂਟਰੀ ਯੂਨਿਟਸ ਵੀ ਹੁੰਦੀਆਂ ਇਹ 'ਚ। ਕੰਪਲੀਮੈਂਟਰੀ ਫੰਡਾਮੈਂਟਲ ਯੂਨਿਟ ਹੁੰਦੀਆਂ ਯੂਨਿਟ ਆਫ ਐਂਗਲ ਤੇ ਯੂਨਿਟ ਆਫ ਸੋਲਿਡ ਐਂਗਲ, ਯੂਨਿਟ ਆਫ ਐਂਗਲ ਤੇ ਯੂਨਿਟ ਆਫ ਸੋਲਿਡ ਐਂਗਲ। ਇਹ ਜਿਹੜੀਆਂ ਮਿਲਾ ਕੇ ਟੋਟਲ 9 ਹੋ ਜਾਂਦੀਆਂ। ਸੋ ਦੇਰ ਆਰ 7 ਫੰਡਾਮੈਂਟਲ ਐਂਡ 2 ਕੰਪਲੀਮੈਂਟਰੀ ਫੰਡਾਮੈਂਟਲ ਯੂਨਿਟਸ। ਦਾ S4 SI ਸਿਸਟਮ ਦਾ ਫੋਲੋਇੰਗ ਟੇਬਲ ਅਸੀਂ ਯੂਜ਼ ਕਰਦੇ ਹਾਂ। ਉਹਦੇ ਵਿੱਚ ਲੈਂਥ ਨੂੰ ਅਸੀਂ ਮੇਜਰ ਕਰਦੇ ਮੀਟਰ 'ਚ, ਮਾਸ ਨੂੰ ਕਿਲੋਗ੍ਰਾਮ 'ਚ, ਟਾਈਮ ਨੂੰ ਸੈਕਿੰਡ 'ਚ, ਟੈਂਪਰੇਚਰ ਨੂੰ ਕੈਲਵਿਨ 'ਚ, ਲਿਊਮੀਨਸ ਇੰਟੈਂਸਿਟੀ ਨੂੰ ਕੈਂਡਲਾਂ 'ਚ, ਇਲੈਕਟ੍ਰਿਕ ਕਰੰਟ ਨੂੰ ਐਂਪੀਅਰ 'ਚ, ਅਮਾਊਂਟ ਆਫ ਸਬਸਟਾਂਸ ਨੂੰ ਮੋਲ ਦੇ ਵਿੱਚ। ਅਮਾਊਂਟ ਆਫ ਸਬਸਟਾਂਸ ਨੂੰ ਕੱਚ ਮੇਜਰ ਕਰਦੇ ਹਾਂ, ਮੋਲ ਦੇ ਵਿੱਚ ਮੇਜਰ ਕਰਦੇ ਹਾਂ। ਅਮਾਊਂਟ ਆਫ ਸਬਸਟਾਂਸ ਇਜ਼ ਮੇਜਰਡ ਇਨ ਮੋਲ। ਹੁਣ ਮੋਲ ਦਾ ਮਤਲਬ ਅਸੀਂ ਅੱਗੇ ਜਾ ਕੇ ਪੜ੍ਹਨਾ, ਇਹਨਾਂ ਦੇ ਸਿੰਬਲ ਵੀ ਨਾਲ ਦਿੱਤੇ ਹੋਏ ਆ। ਐਂਗਲ ਨੂੰ ਅਸੀਂ ਮੇਜਰ ਕਰਦੇ ਹਾਂ ਰੇਡੀਅਨ। ਰੇਡੀਅਨ ਵਰਡ ਦਾ ਮੀਨਿੰਗ ਸਮਝਾਵਾਂਗੇ ਅੱਗੇ ਜਾ ਕੇ। ਰੇਡੀਅਨ ਦਾ ਮਤਲਬ ਕੀ ਹੁੰਦਾ ਵਾ, ਐਂਗਲ ਤੁਸੀਂ ਹਾਲੇ ਤੱਕ ਡਿਗਰੀ 'ਚ ਪੜ੍ਹਿਆ ਹੋਣਾ ਵੀ, ਐਂਗਲ ਆਪਾਂ 60 ਡਿਗਰੀ ਦਾ ਮੇਜਰ ਕਰਦੇ ਹਾਂ। ਰੇਡੀਅਨ ਵਰਡ ਬਣਿਆ ਹੋਇਆ ਰੇਡੀਅਸ ਤੇ ਐਂਗਲ ਤੋਂ, ਰੇਡੀਅਸ ਤੇ ਐਂਗਲ ਤੋਂ। ਸੋਲਿਡ ਐਂਗਲ ਨੂੰ ਕੱਚ ਮੇਜਰ ਕਰਦੇ ਹਾਂ ਸਟੀ ਰੇਡੀਅਨ। ਦੈਨ ਹੁਣ ਅਸੀਂ ਡੈਫੀਨੇਸ਼ਨ ਕਰਨ ਲੱਗੇ ਹਾਂ ਇਹਦੀ ਜਿਹੜੀ ਮੋਲ ਦੀ। ਮੋਲ ਦਾ ਮਤਲਬ ਕੀ ਹੁੰਦਾ, ਇਟ ਇਜ਼ ਡਿਫਾਈਨਡ ਐਜ਼ ਦਾ ਅਮਾਊਂਟ ਆਫ ਸਬਸਟਾਂਸ that contain many constituent entities, electrons, photons, atoms or molecules ਹੋਣਗੇ ਜਿਹਦੇ ਵਿੱਚ many, as there are atoms in 12 ਗ੍ਰਾਮ ਕਾਰਬਨ। ਜਿਹੜੇ 12 ਗ੍ਰਾਮ ਕਾਰਬਨ 'ਚ ਜਿੰਨੇ ਹੋਣਗੇ ਉਨੇ ਹੀ ਉਹ 'ਚ ਹੋਣਗੇ। ਕਹਿਣ ਦਾ ਮਤਲਬ 12 ਗ੍ਰਾਮ ਕਾਰਬਨ 'ਚ ਜਿੰਨੇ ਇਲੈਕਟ੍ਰੋਨ ਆ, ਫੋਟੋਨ ਆ, ਐਟਮ ਆ ਜਾਂ ਮੋਲੀਕਿਊਲ ਆ, 12 ਗ੍ਰਾਮ ਕਾਰਬਨ ਦੇ ਵਿੱਚ ਜਿੰਨੇ ਐਟਮ ਆ, ਆਪਾਂ ਸਿੰਪਲ ਭਾਸ਼ਾ ਚੱਲਦੇ ਹਾਂ, 12 ਗ੍ਰਾਮ ਕਾਰਬਨ ਦੇ ਵਿੱਚ ਜਿੰਨੇ ਐਟਮ ਆ ਉਨੇ ਹੀ ਅਮਾਊਂਟ ਆਫ ਸਬਸਟਾਂਸ ਕਿਸੇ ਹੋਰ ਦੀ, ਜਿੱਦਾਂ ਮੰਨ ਲਓ ਆਪਣੇ ਕੋਲ ਆਇਰਨ ਆ, ਉਹਦੇ ਵਿੱਚ ਉਨੇ ਹੀ ਐਟਮਾਂ ਨੂੰ ਕੀ ਬੋਲਦੇ, ਮੋਲ ਕਹਿੰਦੇ ਆ। ਇੱਕ ਮੋਲ ਦਾ ਮਤਲਬ ਕੀ ਆ ਵੀ 12 ਗ੍ਰਾਮ ਕਾਰਬਨ 'ਚ ਜਿੰਨੇ ਐਟਮ ਆ ਉਨੇ ਹੀ ਨੰਬਰ ਆਫ ਐਟਮਸ ਉਨੀ ਸਬਸਟਾਂਸ 'ਚ ਹੋਣਗੇ। ਉਨੀ ਸਬਸਟਾਂਸ ਨੂੰ ਹੀ 1 ਮੋਲ ਕਹਿੰਦੇ ਆ। 1 ਮੋਲ ਦਾ ਮਤਲਬ ਹੁੰਦਾ 6.022 × 10⁻23 particles per mole. This number has a value of approximately 6.022 × 10⁻23 per mole and is known as Avogadro constant. ਇਹਨੂੰ Avogadro constant ਵੀ ਕਹਿੰਦੇ ਆ। ਇੱਕ ਮੋਲ ਦਾ ਮਤਲਬ ਇੰਨੇ ਪਾਰਟੀਕਲ ਹੁੰਦਾ 6.022 × 10⁻23 per mole ਨੰਬਰ ਆਫ ਪਾਰਟੀਕਲਸ। ਉਹ ਪਾਰਟੀਕਲ ਚਾਹੇ ਇਲੈਕਟ੍ਰੋਨ ਹੋਣ, ਫੋਟੋਨ ਹੋਣ, ਪ੍ਰੋਟੋਨ ਹੋਣ, ਐਟਮ ਹੋਣ, ਮੋਲੀਕਿਊਲ ਹੋਣ। 12 ਗ੍ਰਾਮ ਕਾਰਬਨ 'ਚ ਵੀ ਇੰਨੇ ਹੀ ਐਟਮ ਹੁੰਦੇ ਆ। 6.022 × 10⁻23 ਮੋਲ ਐਟਮ ਹੁੰਦੇ ਆ। 12 ਗ੍ਰਾਮ ਕਾਰਬਨ 'ਚ ਇੰਨੇ ਐਟਮ ਹੁੰਦੇ ਆ। ਠੀਕ ਹੈ ਜੀ, ਐਟਮ ਦੇ ਹਿਸਾਬ ਨਾਲ ਤੁਸੀਂ ਯਾਦ ਰੱਖੋ, ਇਹ ਸਹੀ ਰਹੇਗਾ। ਦੈਨ ਨੈਕਸਟ ਹੈਗਾ ਸਾਡੇ ਕੋਲ ਯੂਜ਼ ਆਫ ਪ੍ਰਫਿਕਸ ਵਿਦ ਦ ਯੂਨਿਟ। ਆਪਾਂ ਪ੍ਰਫਿਕਸ ਬੜੇ ਲਾਉਂਦੇ ਇਹਨਾਂ ਦੇ ਮੂਹਰੇ, ਜਿਵੇਂ ਕਿ ਡੈਕਾ, ਹੈਕਟੋ, ਕਿਲੋ, ਮੈਗਾ, ਗੀਗਾ, ਟੈਰਾ, ਪੈਟਾ। ਇਹਨਾਂ ਦੇ ਮਤਲਬ ਹੁਣ ਅਸੀਂ ਪੜ੍ਹਨੇ ਆ। ਡੈਕਾ ਦਾ ਮਤਲਬ ਕੀ ਆ? ਡੈਕਾ ਦਾ ਮਤਲਬ 10 ਨਾਲ ਗੁਣਾ ਕਰਨੀ ਹੈ। ਇਹ ਵੱਡੇ ਆ, ਸਾਰੇ ਵੱਡੇ ਪ੍ਰਫਿਕਸ ਆ। ਫੋਰ ਐਕਸਪ੍ਰੈਸਿੰਗ ਲਾਰਜ ਮੇਜਰਮੈਂਟਸ। ਲਾਰਜ ਮੇਜਰਮੈਂਟਸ ਲਈ ਅਸੀਂ ਇਹਨਾਂ ਨੂੰ ਯੂਜ਼ ਕਰਨਾ 10⁻1, 10⁻2, 10⁻3। ਇਹਨਾਂ ਨੂੰ 10⁻2 ਲਈ ਹੈਕਟਾ, ਕਿਲੋ ਲਈ 10⁻3, 10⁻6 ਲਈ ਮੈਗਾ, ਗੀਗਾ ਲਈ 10⁻9 ਅਤੇ ਟੈਰਾ ਲਈ 10⁻12। ਇਹ ਜ਼ਿਆਦਾਤਰ 12 ਤੱਕ ਹੀ ਯੂਜ਼ ਹੁੰਦੇ ਆ। ਡੈਕਾ, ਹੈਕਟਾ ਮਤਲਬ 10⁻2, ਕਿਲੋ ਮਤਲਬ 10⁻3, ਮੈਗਾ ਮਤਲਬ 10⁻6, ਗੀਗਾ ਮਤਲਬ 10⁻9, ਟੈਰਾ ਮਤਲਬ 10⁻12। ਅਤੇ ਛੋਟੇ ਕਿਹੜੇ ਆ? ਡੈਸੀ, ਸੈਂਟੀ, ਮਿਲੀ, ਮਾਈਕਰੋ ਵਿਦ ਦੀ ਯੂਨਿਟਸ। ਇਹਨਾਂ ਦੇ ਕਿੱਦਾਂ ਯੂਜ਼ ਕਰਦੇ ਅਸੀਂ? ਡੈਸੀ ਦਾ ਮਤਲਬ 1/10, 10⁻1 ਹੋ ਗਈ। ਸੈਂਟੀ ਦਾ ਮਤਲਬ 1/100, 10⁻2 ਹੋ ਗਈ। ਮਿਲੀ ਦਾ ਮਤਲਬ 1/1000, 1/1000, 10⁻3 ਹੋ ਗਈ ਮਿਲੀ। ਮਤਲਬ ਮਿਲੀ ਦਾ ਮਤਲਬ ਕੀ ਹੈ? 1/1000। ਅਤੇ ਮਾਈਕਰੋ ਦਾ ਮਤਲਬ 1/10⁻6 ਮੀਨਜ਼ ਇਹ ਕਿੰਨਾ ਹੋ ਗਿਆ? 10⁻6 ਮੀਨਜ਼ ਮਾਈਕਰੋ ਦਾ ਮਤਲਬ ਕੀ ਹੈ? 10⁻6। ਅਤੇ ਨੈਨੋ ਦਾ ਮਤਲਬ 10⁻9। ਪੀਕੋ ਦਾ ਮਤਲਬ 10⁻12। ਛੋਟੇ ਯੂਨਿਟਸ ਆ, ਸਮੋਲ ਯੂਨਿਟਸ ਆ। ਪੀਕੋ ਨੂੰ ਨਾ ਅਸੀਂ ਮਾਈਕਰੋ ਵੀ ਕਹਿੰਦੇ ਹਾਂ। ਫੈਮਟੋ ਦਾ ਮਤਲਬ 10⁻15 ਨਾ, ਅਗਲੇ ਨਹੀਂ ਯੂਜ਼ ਹੁੰਦੇ। ਬਸ ਆ 12 ਤੱਕ ਯਾਦ ਕਰ ਲਓ, ਬਹੁਤ ਆ। ਦੈਨ ਐਗਜ਼ਾਮਪਲ 2.5 ਗੀਗਾ ਹਰਟਸ ਦਾ ਮਤਲਬ ਕੀ ਹੈ? 2.5 × 10⁻9 ਹਰਟਸ। 5 ਪੀਕੋ ਫੈਰਡ ਦਾ ਮਤਲਬ ਕੀ ਆ? 5 × 10⁻−12 ਫੈਰਡ। 5 ਮੈਗਾ ਓਮ ਦਾ ਮਤਲਬ ਕੀ ਹੈ? 5 × 10⁻6 ਓਮ। 2 ms ਦਾ ਕੀ ਮਤਲਬ ਆ? ਛੋਟੀ m ਪਾਈ ਹੋਈ ਹੈ। ਵਿਲ ਮੀਨ ਮਿਲੀ ਸੈਕਿੰਡ। 2 × 10⁻−3 ਸੈਕਿੰਡ ਐਂਡ ਸੋ ਔਨ। ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ। ਇਹ ਤੋਂ ਅਗਲਾ ਅਸੀਂ ਕੱਲ੍ਹ ਕਰਾਂਗੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਯੂਨਿਟ ਆਫ ਲੈਂਥ ਵਾਲਾ ਟੋਪਿਕ ਕੱਲ੍ਹ ਆਪਾਂ ਕਰਾਂਗੇ। ਥੈਂਕ ਯੂ।